Hello student, I am Sandeep Singh, lecturer electrical engineering, teaching subject energy conservation for second semester diploma student. Today our topic on tips for energy saving in transformer. ਕਿਸ ਤਰੀਕੇ ਦੇ ਨਾਲ ਆਪਾਂ ਟਰਾਂਸਫਾਰਮਰ ਦੇ ਵਿੱਚ એનર્ਜੀ ਸੇਵਿੰਗ ਕਰ ਸਕਦੇ ਹਾਂ। ਬੇਸਿਕਲੀ ਕੀ ਆ ਆਪਣੇ ਕੋਲੇ ਟਰਾਂਸਫਾਰਮਰ 'ਚ એનર્ਜੀ ਸੇਵਿੰਗ ਕਰਨ ਦਾ ਮੋਟਿਵ ਕੀ ਆ। ਜਿਹੜੀ ਆਪਣੇ ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ਹੁੰਦਾ ਵਾ ਉਹਦੇ ਵਿੱਚ ਜਿਹੜੇ ਲੋਸਿਸ ਹੁੰਦੇ ਆ 50 to 50% ਜਿਹੜੇ ਟਰਾਂਸਫਾਰਮਰ ਕਰਕੇ ਹੁੰਦੇ ਆ। ਇਸ ਕਰਕੇ ਉਹਨਾਂ ਨੂੰ ਇੰਪਰੂਵ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਅਤੇ ਇਹਦੇ ਨਾਲ ਆਪਣਾ ਜਿਹੜਾ ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ਸਿਸਟਮ ਇੰਪਰੂਵ ਹੋਊਗਾ, ਕਿਉਂਕਿ ਆਪਾਂ ਨੂੰ ਪਤਾ ਵੀ ਮੇਨ ਪਾਰਟ ਜਿਹੜਾ ਟਰਾਂਸਫਾਰਮਰ ਹੀ ਆ ਟਰਾਂਸਮਿਸ਼ਨ ਸਿਸਟਮ ਅਤੇ ਡਿਸਟਰੀਬਿਊਸ਼ਨ ਸਿਸਟਮ ਦੇ ਵਿੱਚ। ਸੋ ਆਪਾਂ ਸਟਾਰਟ ਕਰਦੇ ਹਾਂ ਕਿਹੜੇ ਟਿਪਸ ਆ ਜਿਹਦੇ ਨਾਲ ਐਨਰਜੀ ਸੇਵਿੰਗ ਹੋ ਸਕਦੀ ਆ ਆਪਣੇ ਟਰਾਂਸਫਾਰਮਰ ਦੇ ਵਿੱਚ। ਫਸਟ ਆਫ ਆਲ ਸਾਰਿਆਂ ਨਾਲੋਂ ਪਹਿਲੋਂ ਜਿਹੜਾ ਆਪਾਂ ਕੰਮ ਕਰਨਾ, ਯੂਜ਼ ਗੁੱਡ ਕੁਆਲਿਟੀ ਮਟੀਰੀਅਲ ਫॉर ਟਰਾਂਸਫਾਰਮਰ ਕੋਰ। ਟਰਾਂਸਫਾਰਮਰ ਕੋਰ ਦਾ ਜਿਹੜਾ ਮਟੀਰੀਅਲ ਆ ਉਹ ਗੁੱਡ ਹੋਣਾ ਚਾਹੀਦਾ ਆਪਣੇ ਕੋਲ। ਕਿਹੜਾ ਮਟੀਰੀਅਲ ਹੋਣਾ ਚਾਹੀਦਾ? Silicon steel has a high electric resistivity and offer high saturation flux density. It also has high permeability and low losses, which enable silicon steel cores to be used in a high performance application to reduce eddy current losses. Most low frequency transformers are laminated core made of stacks of its thin silicon steel to provide current with space only enough to flow through narrow loop between every lamination layer। ਇਹ ਆਪਾਂ ਸਾਰਾ ਡਿਸਕਸ ਕਰ ਚੁੱਕੇ ਹਾਂ। ਸਿਲੀਕਨ ਸਟੀਲ ਕਿਉਂ ਯੂਜ਼ ਕਰਦੇ ਹਾਂ ਅਤੇ ਲੈਮੀਨੇਟਡ ਕਿਉਂ ਕਰਦੇ ਹਾਂ ਕੋਰ ਨੂੰ, ਸਾਰੇ ਲੋਸਿਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਇਸ ਕਰਕੇ ਜਿਹੜਾ ਕੋਰ ਮਟੀਰੀਅਲ ਆਪਾਂ ਸਿਲੀਕਨ ਸਟੀਲ ਯੂਜ਼ ਕਰਦੇ ਹਾਂ ਅਤੇ ਲੈਮੀਨੇਟਡ ਕੋਰ ਹੀ ਆਪਾਂ ਸਮਾਲ ਥਿਨ ਪਲੇਟਸ ਦੇ ਵਿੱਚ ਕਨਵਰਟ ਕਰਕੇ ਸਿਲੀਕਨ ਸਟੀਲ ਨੂੰ ਅਤੇ ਉਹਨੂੰ ਆਪਾਂ ਵਾਈਂਡ ਅਪ ਕਰਕੇ ਕੋਰ ਬਣਾਉਂਦੇ ਹਾਂ ਅਤੇ ਉਹਦੇ ਉੱਤੇ ਆਪਾਂ ਵਾਈਂਡਿੰਗ ਅੱਗੇ ਫਰਦਰ ਵਾਈਂਡਿੰਗ ਇੰਸਟਾਲ ਕਰਦੇ ਹਾਂ। ਨੈਕਸਟ, ਗੁੱਡ ਕੁਆਲਿਟੀ ਵਾਈਂਡਿੰਗ ਮਟੀਰੀਅਲ। ਇਹ ਜਿਹੜੇ ਆਪਾਂ ਕਾਪਰ ਲੋਸਿਸ ਪੜ੍ਹੇ ਸੀ ਉਹਨਾਂ ਨੂੰ ਇੰਪਰੂਵ ਕਰਨ ਵਾਸਤੇ ਆਪਾਂ ਗੁੱਡ ਕੁਆਲਿਟੀ ਜਿਹੜਾ ਮਟੀਰੀਅਲ ਯੂਜ਼ ਕਰਨਾ ਆਪਣੀ ਉਹਦੇ ਵਾਸਤੇ ਵਾਈਂਡਿੰਗ ਵਾਸਤੇ। Copper and aluminium are the two conductors used in a transformer winding. In distribution and a small transformer, aluminium winding have been successfully. For large power transformer, copper design is more common. To select the right material, designer has to taken several factors such as weight, maximum size, transformer total cost, availability and cost of material into consideration। ਜਿਹੜੇ ਇਹ ਆਪਣੇ ਮੋਸਟਲੀ ਦੋ ਮਟੀਰੀਅਲ ਯੂਜ਼ ਹੁੰਦੇ ਆ ਵਾਈਂਡਿੰਗ ਵਾਸਤੇ, ਕਾਪਰ ਅਤੇ ਐਲੂਮੀਨੀਅਮ। ਜਦੋਂ ਆਪਾਂ ਟਰਾਂਸਫਾਰਮਰ ਦੀ ਗੱਲ ਕਰਦੇ ਹਾਂ, ਮੋਸਟਲੀ ਜਿਹੜੇ ਆਪਣੇ ਡਿਸਟਰੀਬਿਊਸ਼ਨ ਟਰਾਂਸਫਾਰਮਰ ਹੁੰਦੇ ਆ ਐਲੂਮੀਨੀਅਮ ਵਾਈਂਡਿੰਗ ਦੇ ਹੁੰਦੇ ਆ ਅਤੇ ਜਿਹੜੇ ਆਪਣੇ ਪਾਵਰ ਟਰਾਂਸਫਾਰਮਰ ਹੁੰਦੇ ਆ ਉਹ ਕਾਪਰ ਵਾਈਂਡਿੰਗ ਦੇ ਹੁੰਦੇ ਆ। ਬਟ ਜਿਹੜੀ ਇਹਦੀ ਜਿਹੜਾ ਡਿਪੈਂਡ ਕਾਹਦੇ 'ਤੇ ਕਰਦਾ ਵੀ ਇਹਨੂੰ ਆਪਾਂ ਕਾਪਰ ਵਾਈਂਡਿੰਗ ਦਾ ਕਰਨਾ ਕਿ ਐਲੂਮੀਨੀਅਮ ਵਾਈਂਡਿੰਗ ਦਾ ਕਰਨਾ। ਇਹਦੇ 'ਚ ਕਈ ਫੈਕਟਰ ਆ ਜਾਂਦੇ ਆ, ਜਿਵੇਂ ਕਿ ਵੇਟ ਹੋ ਗਿਆ, ਮੈਕਸੀਮਮ ਸਾਈਜ਼ ਹੋ ਗਿਆ, ਟਰਾਂਸਫਾਰਮਰ ਟੋਟਲ ਕਾਸਟ ਕਿੰਨੀ ਪੈ ਰਹੀ ਆ ਅਤੇ ਹੋਰ ਕੀ ਅਵੇਲੇਬਿਲਿਟੀ ਜਾਂ ਆਪਾਂ ਨੂੰ ਕੀ ਨੀਡ ਆ ਆਪਣੀ। ਕਾਸਟ ਆਫ ਮਟੀਰੀਅਲ ਵੀ ਇਨਕਲੂਡ ਕੀਤੀ ਜਾਂਦੀ ਹੈ ਅਤੇ ਇਹਦੇ ਨਾਲ ਜਿਹੜਾ ਆਪਾਂ ਸਾਰਾ ਕੰਸੀਡਰ ਕਰਕੇ ਉਸ ਹਿਸਾਬ ਦੇ ਨਾਲ ਆਪਾਂ ਜਿਹੜਾ ਚੂਜ਼ ਕਰਦੇ ਹਾਂ ਵੀ ਆਪਾਂ ਮਟੀਰੀਅਲ ਕਿਹੜਾ ਯੂਜ਼ ਕਰਨਾ। ਇਹ ਆਪਾਂ ਨੂੰ ਪਤਾ ਹੀ ਜਿਹੜਾ ਐਲੂਮੀਨੀਅਮ ਆਪਾਂ ਨੂੰ ਜਿਹੜਾ ਲੋ ਕਾਸਟ 'ਤੇ ਅਵੇਲੇਬਲ ਹੁੰਦਾ ਅਤੇ ਕਾਪਰ ਜਿਹੜਾ ਉਹ ਕੋਸਟਲੀ ਹੁੰਦਾ। ਇਸ ਕਰਕੇ ਥੋੜ੍ਹਾ ਜਿਹਾ ਆਪਾਂ ਨੂੰ, ਬਟ ਜਿਹੜਾ ਕਾਪਰ ਆ ਉਹ ਗੁੱਡ ਹੁੰਦਾ ਵਾ, ਗੁੱਡ ਕੰਡਕਟਰ ਹੁੰਦਾ ਵਾ, ਲੋਸਿਸ ਘੱਟ ਹੁੰਦੇ ਆ ਅਤੇ ਐਲੂਮੀਨੀਅਮ 'ਚ ਜ਼ਿਆਦਾ ਹੁੰਦੇ ਆ, ਬਟ ਕਾਸਟ ਕਰਕੇ ਆਪਾਂ ਨੂੰ ਥੋੜ੍ਹਾ ਜਿਹਾ ਇਹਦੇ 'ਚ ਐਲੂਮੀਨੀਅਮ ਯੂਜ਼ ਕਰਨਾ ਪੈਂਦਾ ਵਾ ਕਈ ਜਗ੍ਹਾ ਅਤੇ ਫਿਰ ਨਹੀਂ ਤਾਂ ਆਪਾਂ ਨੂੰ ਕਾਪਰ ਬੈਸਟ ਆ।
ਨੈਕਸਟ ਆਪਣਾ ਹੈਗਾ ਮੇਨਟੇਨੈਂਸ, ਜਿਹੜੀ ਉਹ ਬਹੁਤ ਜ਼ਰੂਰੀ ਹੈ ਟਰਾਂਸਫਾਰਮਰ ਦੀ। ਸਮੇਂ ਸਮੇਂ ਸਿਰ ਜਿਹੜਾ ਆਪਾਂ ਨੂੰ ਉਹਦੀ ਚੈੱਕਅਪ, ਉਹਦਾ ਮੇਨਟੇਨੈਂਸ ਜਿਹੜਾ ਉਹ ਕਰਨਾ ਬਹੁਤ ਜ਼ਰੂਰੀ ਆ, ਜਿਹਦੇ ਨਾਲ ਟਰਾਂਸਫਾਰਮਰ ਦੀ ਲਾਈਫ ਅਤੇ ਐਫੀਸ਼ੀਐਂਸੀ ਦੋਨੇ ਵੱਧਦੀਆਂ ਵਾ। ਇਹਦੇ 'ਚ ਆਪਾਂ ਪੀਰੀਓਡਿਕ ਮੇਨਟੇਨੈਂਸ ਕੀ ਕਰਨੀ ਆ, ਪਹਿਲਾਂ ਮੇਜਰਿੰਗ ਵੋਲਟੇਜ ਐਂਡ ਕਰੰਟ ਐਂਡ ਟੈਂਪਰੇਚਰ, ਜਿਹਦਾ ਡੇਲੀ ਆਪਾਂ ਟਾਈਮਲੀ ਜਿਹੜਾ ਮੇਨਟੇਨੈਂਸ ਦੇਖਣਾ ਵਾ, ਚੈੱਕਅਪ ਕਰਨਾ ਵਾ। ਉਹਦੇ 'ਚ ਵੋਲਟੇਜ, ਕਰੰਟ ਅਤੇ ਟੈਂਪਰੇਚਰ ਆਪਾਂ ਜਿਹੜਾ ਚੈੱਕਅਪ ਕਰਦੇ ਰਹਿਣਾ। ਜੇ ਆਪਾਂ ਨੂੰ ਕਿਸੇ 'ਚ ਵੀ ਵੇਰੀਏਸ਼ਨ ਲੱਗਦੀ ਹੈ ਤਾਂ ਉਹਦਾ ਹੱਲ ਜਿਹੜਾ ਕੱਢਣਾ ਵਾ। ਟੈਂਪਰੇਚਰ ਵੇਰੀਏਸ਼ਨ ਲੱਗਦੀ ਹੈ ਤਾਂ ਆਪਾਂ ਉਹਦੀ ਕੂਲਿੰਗ ਕਰਨੀ ਹੈ। ਜੇ ਕਰੰਟ ਜਾਂ ਵੋਲਟੇਜ 'ਚ ਵੇਰੀਏਸ਼ਨ ਲੱਗਦੀ ਹੈ, ਆਪਾਂ ਦੇਖਣਾ ਵਾ ਵੀ ਕਿੱਥੇ ਫਾਲਟ ਪੈ ਰਿਹਾ, ਉਹਨੂੰ ਆਪਾਂ ਇੰਪਰੂਵ ਕਰਕੇ, ਜਿਹਦੇ ਨਾਲ ਆਪਣੇ ਜਿਹੜੀ ਟਰਾਂਸਫਾਰਮਰ ਦੀ ਲਾਈਫ 'ਤੇ ਇਫੈਕਟ ਵੀ ਪੈਂਦਾ ਵਾ। ਜੇ ਕਰੰਟ ਵੋਲਟੇਜ ਜਿਹੜੀ ਰੇਟਡ ਕਰੰਟ ਜਾਂ ਰੇਟਡ ਵੋਲਟੇਜ ਨਹੀਂ ਆਪਾਂ ਯੂਜ਼ ਕਰਦੇ ਪਏ, ਉਹਦੇ ਨਾਲ ਜਿਹੜੇ ਉਹਦੀ ਵਾਈਂਡਿੰਗ ਅਤੇ ਕੋਰ 'ਤੇ ਇਫੈਕਟ ਪੈਂਦਾ ਵਾ। ਨੈਕਸਟ ਆਪਣਾ ਚੈੱਕ ਫॉर ਵਾਈਂਡਿੰਗ ਰਜਿਸਟੈਂਸ ਇਨਕਲੂਡਿੰਗ ਟਰਮੀਨੇਸ਼ਨ ਰਜਿਸਟੈਂਸ, ਜਿਹੜੀ ਆਪਣੀ ਵਾਈਂਡਿੰਗ ਰਜਿਸਟੈਂਸ ਆ ਉਹਨੂੰ ਚੈੱਕ ਕਰਨਾ ਵਾ। ਇਹ ਜਿਹੜਾ ਆਪਣਾ ਫਰਦਰ ਅੱਗੇ ਜਦੋਂ ਟੈਸਟਿੰਗ ਕਰਦੇ ਹਾਂ ਉਹਦੇ 'ਚ ਇਹ ਕੰਸੈਪਟ ਆਉਂਦਾ। ਫਿਰ ਉਸ ਤੋਂ ਬਾਅਦ ਚੈੱਕ ਆਇਲ ਲੈਵਲ, ਆਇਲ ਲੈਵਲ ਜਿਹੜਾ ਚੈੱਕ ਕਰਦੇ ਰਹਿਣਾ ਵਾ ਵੀ ਜਿਹੜੀ ਆਪਣੀ ਵਾਈਂਡਿੰਗਸ ਆ ਉਹ ਪੂਰੀ ਪ੍ਰੋਪਰ ਜਿਹੜੀ ਆਇਲ ਦੇ ਵਿੱਚ ਡਿਪ ਆ, ਜਿਹਦੇ ਨਾਲ ਜਿਹੜੀ ਉਹਦੀ ਪ੍ਰੋਪਰ ਕੂਲਿੰਗ ਹੋ ਸਕੇ। ਅਤੇ ਉਸ ਤੋਂ ਇਲਾਵਾ ਉਸ ਆਇਲ ਦੀ ਡਾਈਲੈਕਟ੍ਰਿਕ ਸਟਰੈਂਥ ਚੈੱਕ ਕਰਨੀ ਆ ਵੀ ਇਹਦੇ 'ਚ ਕੋਈ ਇੰਪਿਓਰਿਟੀਜ਼ ਜਾਂ ਕੋਈ ਮੋਇਸਚਰ ਕੰਟੈਂਟ ਤਾਂ ਨਹੀਂ ਆ ਗਿਆ। ਜੇ ਉਹ ਆਉਂਦਾ ਵਾ ਤਾਂ ਉਹਨੂੰ ਆਪਾਂ ਰਿਮੂਵ ਕਰਨਾ ਵਾ। ਨੈਕਸਟ ਬਰੀਥਰ ਐਂਡ ਸਿਲੀਕਾ ਜੈਲ। ਬਰੀਥਰ ਜਿਹੜਾ ਕੀ ਕੰਮ ਕਰਦਾ ਵਾ, ਜਦੋਂ ਕਿ ਆਪਣਾ ਜਿਹੜਾ ਟੈਂਪਰੇਚਰ ਵੱਧਦਾ ਵਾ, ਜਿਹੜਾ ਆਪਣੇ ਹੀਟ ਅਪ ਹੋਣ ਦੇ ਨਾਲ, ਲੋਸਿਸ ਹੋਣ ਦੇ ਨਾਲ ਜਿਹੜਾ ਟਰਾਂਸਫਾਰਮਰ ਦਾ ਟੈਂਪਰੇਚਰ ਵੱਧਦਾ, ਉਸ ਦੇ ਨਾਲ ਜਿਹੜਾ ਆਇਲ ਐਕਸਪੈਂਡ ਹੁੰਦਾ ਵਾ, ਜਿਹੜਾ ਬਰੀਦਰ ਦੇ ਥਰੂ ਏਅਰ ਆਊਟਲੈਟ ਨੂੰ ਜਾਂਦੀ ਆ। ਅਤੇ ਉਸ ਤੋਂ ਬਾਅਦ ਜਿਹੜਾ ਜਦੋਂ ਕੂਲ ਆਊਟ ਹੁੰਦਾ ਵਾ ਤਾਂ ਉਹ ਜਿਹੜਾ ਬਰੀਥਰ ਆ ਉਹ ਹਵਾ ਖਿੱਚਦਾ ਵਾ, ਉਹ ਹਵਾ ਦੇ ਵਿੱਚ ਕੋਈ ਮੋਇਸਚਰ ਕੰਟੈਂਟ ਨਾ ਆਵੇ, ਇਸ ਕਰਕੇ ਆਪਾਂ ਸਿਲੀਕਾ ਜੈਲ ਪਾਈ ਹੁੰਦੀ ਆ। ਉਹ ਜਿਹੜਾ ਸਿਲੀਕਾ ਜੈਲ ਦਾ ਆਪਾਂ ਬਰੀਥਰ ਦਾ ਸਿਲੀਕਾ ਜੈਲ ਆ, ਉਹਨੂੰ ਆਪਾਂ ਚੈੱਕ ਕਰਦੇ ਰਹਿਣਾ ਵਾ ਸਮੇਂ ਸਮੇਂ ਸਿਰ ਵੀ ਉਹਦੇ 'ਚ ਮੋਇਸਚਰ ਕੰਟੈਂਟ ਤਾਂ ਨਹੀਂ ਹੈਗਾ। ਜੇ ਉਹਦਾ ਜਿਹੜਾ ਸਿਲੀਕਾ ਜੈਲ ਹੁੰਦੀ ਆ ਉਹ ਲਾਈਟ ਬਲੂ ਕਲਰ ਦੀ ਹੁੰਦੀ ਆ, ਸਕਾਈ ਬਲੂ ਕਲਰ ਦੀ, ਅਤੇ ਜੇ ਉਹਦੇ 'ਚ ਮੋਇਸਚਰ ਕੰਟੈਂਟ ਆ ਜਾਂਦਾ ਉਹ ਵਾਈਟ ਹੋ ਜਾਂਦੀ ਹੈ। ਫਿਰ ਉਸ ਨੂੰ ਆਪਾਂ ਰਿਪਲੇਸ ਕਰ ਸਕਦੇ ਹਾਂ ਨਵੀਂ ਸਿਲੀਕਾ ਜੈਲ ਦੇ ਨਾਲ, ਜੇ ਆਪਾਂ ਨੂੰ ਵਾਈਟ ਹੋ ਗਈ। ਨੈਕਸਟ ਆਪਣਾ ਕੂਲਿੰਗ ਅਰੇਂਜਮੈਂਟ। ਕੂਲਿੰਗ ਅਰੇਂਜਮੈਂਟ ਸਮੇਂ ਸਮੇਂ ਸਿਰ ਜਿਹੜੀਆਂ ਆਪਾਂ ਚੈੱਕ ਕਰਦੇ ਰਹਿਣਾ, ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ। ਕੂਲਿੰਗ ਅਰੇਂਜਮੈਂਟ 'ਤੇ ਪ੍ਰੋਪਰ ਜਿਹੜਾ ਟੈਂਪਰੇਚਰ ਮੇਨਟੇਨ ਰੱਖ ਪਾ ਰਿਹਾ ਕਿ ਨਹੀਂ ਆਪਣਾ ਜਿਹੜਾ। ਉਸ ਤੋਂ ਲਾਸਟ ਵਿੱਚ ਇੰਸੂਲੇਸ਼ਨ ਰਜਿਸਟੈਂਸ, ਜਿਹੜੇ ਇੰਸੂਲੇਟਿੰਗ ਮਟੀਰੀਅਲ ਆ, ਚਾਹੇ ਬੁਸ਼ਿਜ਼ ਆ, ਚਾਹੇ ਜਿਹੜੇ ਵੀ ਮਤਲਬ ਕੰਡਕਟਰ ਦੇ ਇਰਦ ਗਿਰਦ ਲੱਗੇ ਹੋਏ ਆ, ਅਤੇ ਜਿਹੜੀ ਇੰਸੂਲੇਸ਼ਨ ਉਹ ਪ੍ਰੋਪਰ ਦੇ ਰਹੇ ਆ, ਪ੍ਰੋਪਰ ਇੰਸੂਲੇਸ਼ਨ ਰਜਿਸਟੈਂਸ ਪ੍ਰੋਵਾਈਡ ਕਰ ਰਹੇ ਆ ਕਿ ਨਹੀਂ। ਵੀ ਜਿਹੜੇ ਆਪਣੇ ਟੈਂਕ ਦੇ ਜਾਂ ਜਿਹੜਾ ਟਰਾਂਸਫਾਰਮਰ ਦੇ ਟੈਂਕ ਦੇ ਨਾਲ ਕੋਈ ਕੰਡਕਟਰ ਨਾਲ ਅਟੈਚ ਹੋਵੇ, ਇੰਸੂਲੇਸ਼ਨ ਪ੍ਰੋਪਰ ਪ੍ਰੋਵਾਈਡ ਹੋਣੀ ਚਾਹੀਦੀ ਹੈ ਆਪਾਂ ਨੂੰ। ਇਹ ਹੋ ਗਿਆ ਆਪਣਾ ਮੇਨਟੇਨੈਂਸ ਆਫ ਟਰਾਂਸਫਾਰਮਰਸ। ਨੈਕਸਟ ਆਪਣਾ ਪੈਰਲਲ ਓਪਰੇਸ਼ਨ ਇਨ ਟਰਾਂਸਫਾਰਮਰ। ਇਹਦੇ ਨਾਲ ਵੀ ਆਪਣੀ ਐਫੀਸ਼ੀਐਂਸੀ ਇੰਪਰੂਵ ਹੁੰਦੀ ਆ। ਕਿਵੇਂ? ਵੈਨ ਵੀ ਕਨੈਕਟਡ ਪ੍ਰਾਇਮਰੀ ਵਾਈਂਡਿੰਗ ਆਫ two transformer to a common supply voltage and secondary winding of both transformer to a common load. This type of connection of a transformer is said to be a parallel operation of a transformer. Parallel operation ਕੀ ਹੁੰਦਾ ਵਾ? ਜਦੋਂ ਆਪਾਂ ਇੱਕ ਲੋਡ ਆ ਅਤੇ ਇੱਕ ਸਪਲਾਈ ਦੇ ਉੱਤੇ ਦੋ ਟਰਾਂਸਫਾਰਮਰ ਆਪਾਂ ਪੈਰਲਲੀ ਕਨੈਕਟ ਕਰ ਦਈਏ। ਮੰਨ ਲਓ ਕੋਈ ਆਪਣਾ ਲੋਡ ਜ਼ਿਆਦਾ ਵਾ ਅਤੇ ਉਸ ਨੂੰ ਆਪਾਂ ਇੰਪਰੂਵ ਕਰਨ ਵਾਸਤੇ ਕੀ ਕਰਦੇ ਹਾਂ, ਦੋ ਟਰਾਂਸਫਾਰਮਰ ਲਾ ਦਿੰਦੇ ਹਾਂ ਪੈਰਲਲੀ, ਜਿਨ੍ਹਾਂ ਦੇ ਸਪਲਾਈ ਵੀ ਸੇਮ ਜਗ੍ਹਾ ਤੋਂ ਦਿੰਦੇ ਹਾਂ ਅਤੇ ਲੋਡ ਨੂੰ ਵੀ ਸੇਮ ਹੀ ਲੋਡ ਨੂੰ ਆਪਾਂ ਜਿਹੜਾ ਉੱਥੋਂ ਜਿਹੜੀ ਆਊਟਪੁੱਟ ਦਿੰਦੇ ਹਾਂ। ਲੋਡ ਵੀ ਸੇਮ ਹੀ ਕਨੈਕਟਡ ਹੁੰਦਾ ਵਾ। ਉਹਦੇ ਨਾਲ ਜਿਹੜੀ ਆਪਣੀ ਇਹ ਦੋਨਾਂ ਟਰਾਂਸਫਾਰਮਰਾਂ ਦੀ
ਐਫੀਸ਼ੀਐਂਸੀ ਇੰਪਰੂਵ ਹੁੰਦੀ ਹੈ। ਉਹਦੇ 'ਚ ਲੋਸਿਸ ਘੱਟ ਜਾਂਦੇ ਆ। ਜੇ ਇੱਕ ਟਰਾਂਸਫਾਰਮਰ 'ਤੇ ਲੋਡ ਪਾਵਾਂਗੇ ਜ਼ਿਆਦਾ, ਉਹ ਜ਼ਿਆਦਾ ਲੋਡ ਲੈ ਕੇ ਉਹਦੇ ਵਾਈਂਡਿੰਗ 'ਤੇ ਕੋਰ ਹੀਟ ਅਪ ਹੋਊਗੀ। ਜੇ ਉਹੀ ਲੋਡ ਆਪਾਂ ਡਿਵਾਈਡ ਕਰ ਦਾਂਗੇ, ਆਪਾਂ ਨੂੰ ਪਤਾ ਹੀ ਆ 2 ਜਾਣਿਆਂ 'ਤੇ, ਜੇ ਇੱਕ ਬੰਦੇ ਦੇ ਮੋਢੇ 'ਤੇ ਇੱਕ ਭਾਰ ਆ ਤਾਂ ਉਹਦੇ ਜ਼ਿਆਦਾ ਮਤਲਬ ਉਹਨੂੰ ਜ਼ਿਆਦਾ ਐਫਰਟ ਕਰਨਾ ਪਊਗਾ। ਅਤੇ ਜੇ ਉਹੀ ਭਾਰ ਆਪਾਂ 2 ਜਾਣਿਆਂ ਦੇ ਮੋਢੇ 'ਤੇ ਕਰ ਦਾਂਗੇ, ਉਹ ਈਜ਼ੀਲੀ 2 ਜਾਣੇ ਉਹਨੂੰ ਕੈਰੀ ਕਰ ਲੈਣਗੇ। ਇਹ ਪੈਰਲਲ ਆਪਰੇਸ਼ਨ ਆ ਟਰਾਂਸਫਾਰਮਰ ਦਾ। ਨੈਕਸਟ, ਯੂਜ਼ ਗੁੱਡ ਇੰਸੂਲੇਟਿੰਗ ਮਟੀਰੀਅਲ। ਇੰਸੂਲੇਟਿੰਗ ਮਟੀਰੀਅਲ ਜਿਹੜਾ ਉਹ ਗੁੱਡ ਹੋਣਾ ਚਾਹੀਦਾ ਵਾ। A good quality of insulating material reduce transformer losses and also improve the efficiency of transformer. Good quality of ਜਿਹੜਾ ਮਟੀਰੀਅਲ ਆ ਉਹ ਇੱਕ ਤਾਂ losses ਘਟਾਉਂਦਾ ਵਾ ਅਤੇ ਐਫੀਸ਼ੀਐਂਸੀ ਨੂੰ ਵੀ ਇੰਪਰੂਵ ਕਰਦਾ ਵਾ। ਨੈਕਸਟ ਆਪਣਾ ਓਪਰੇਟ ਦਾ ਟਰਾਂਸਫਾਰਮਰ ਐਟ ਰੇਟਡ ਵੋਲਟੇਜ। ਜਿਹੜਾ ਟਰਾਂਸਫਾਰਮਰ ਆ ਉਹਨੂੰ ਆਪਣਾ ਰੇਟਡ ਵੋਲਟੇਜ ਦੇ ਉੱਤੇ ਚਲਾਉਣਾ ਵਾ। ਇਹ ਨਹੀਂ ਹੋਵੇ ਓਵਰਲੋਡਿੰਗ ਚਲਾਈ ਜਾਈਏ ਆਪਾਂ, ਜਾਂ ਜਿਹੜਾ ਵੋਲਟੇਜ ਡਰੋਪ ਆ ਉਹ ਜ਼ਿਆਦਾ ਹੋ ਜੇ ਤਾਂ ਵੀ ਇਹਦੇ 'ਚ ਮਤਲਬ ਲੋਸਿਸ ਇਫੈਕਟ ਕਰਦੇ ਆਪਣੇ। ਰੇਟਡ ਵੋਲਟੇਜ ਇਜ਼ ਦਾ ਵੋਲਟੇਜ ਫॉर ਵਿਚ ਟਰਾਂਸਫਾਰਮਰ ਇਜ਼ ਡਿਜ਼ਾਈਨ ਟੂ ਵਰਕ। ਫੁੱਲੀ ਲੋਡ ਵੋਲਟੇਜ is the voltage which we get when transformer is 100% loaded. This is drop in a voltage under loading condition. For 433 volt LT voltage, it may drop 425 to 420 or even 415 ਵੋਲਟ। ਜਿਹੜੀ ਇੰਨੀ ਵੇਰੀਏਸ਼ਨ ਆਪਾਂ ਲੈ ਸਕਦੇ ਹਾਂ ਜਦੋਂ ਵੋਲਟੇਜ ਦੀ ਡਰੋਪ ਦੀ ਗੱਲ ਕਰਦੇ ਹਾਂ। ਅਤੇ ਇਹਦੇ 'ਚ ਆਪਾਂ ਜਿੰਨੀ ਰੇਟਡ ਕਰੰਟ ਆ ਜਾਂ ਜਿੰਨੀ ਰੇਟਡ ਦਾ KVA ਦਾ ਟਰਾਂਸਫਾਰਮਰ ਆ, ਉਹ ਰੇਟਡ 'ਤੇ ਹੀ ਆਪਾਂ ਯੂਜ਼ ਕਰਨਾ ਵਾ। ਓਵਰਲੋਡ ਨਹੀਂ ਲੈ ਕੇ ਜਾਣਾ। ਉਹਦੇ ਨਾਲ ਆਪਣੀ ਜਿਹੜੀ ਐਫੀਸ਼ੀਐਂਸੀ ਆ ਟਰਾਂਸਫਾਰਮਰ ਦੀ ਉਹ ਲੋ ਹੋਊਗੀ। ਨੈਕਸਟ ਆਪਣਾ ਹੈਗਾ proper cooling in transformer. Transformer output power is less than its input power. ਜਿਹੜੀ ਟਰਾਂਸਫਾਰਮਰ ਦੀ ਆਊਟਪੁੱਟ ਪਾਵਰ ਆ ਉਹ ਘੱਟ ਹੋਣੀ ਚਾਹੀਦੀ ਹੈ ਹਮੇਸ਼ਾ ਹੀ ਇਨਪੁੱਟ ਪਾਵਰ ਤੋਂ। ਦਿਸ ਡਿਫਰੈਂਸ ਇਜ਼ ਅਮਾਊਂਟ ਆਫ ਅ ਪਾਵਰ ਕਨਵਰਟਡ ਇਨਟੂ ਅ ਹੀਟ ਬਾਈ ਕੋਰ ਲੋਸਿਸ ਐਂਡ ਵਾਈਂਡਿੰਗ ਲੋਸਿਸ। ਇਹ ਜਿਹੜੀ ਆਊਟਪੁੱਟ ਪਾਵਰ ਆ ਹਮੇਸ਼ਾ ਘੱਟ ਹੁੰਦੀ ਆ ਇਨਪੁੱਟ ਪਾਵਰ ਤੋਂ। ਕਾਹਦੇ ਕਰਕੇ? ਕਿਉਂਕਿ ਉਹਦੇ 'ਚ ਹੀਟ ਲੋਸਿਸ ਹੁੰਦੇ ਆ, ਕਾਪਰ ਲੋਸਿਸ ਅਤੇ ਵਾਈਂਡਿੰਗ ਲੋਸਿਸ ਕਰਕੇ। The losses and the heat dissipation increase with the increase in the capacity of a transformer. ਇਹ ਜਿਹੜੇ losses ਆ ਉਹ ਹੀਟ ਦੀ ਫੋਰਮ ਦੇ ਵਿੱਚ ਇਨਕਰੀਜ਼ ਹੁੰਦੇ ਆ, ਹੀਟ ਡੈਸੀਪੇਟ ਕਰਦੇ ਆ with the increase in the capacity of a transformer, ਜਿਹੜੇ ਕਿ ਟਰਾਂਸਫਾਰਮਰ ਦੀ ਕਪੈਸਿਟੀ ਨੂੰ ਇਨਕਰੀਜ਼ ਕਰਦੇ ਆ। ਇਸ ਕਰਕੇ ਜਿਹੜਾ ਕੂਲਿੰਗ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਜਿੰਨੀ ਜ਼ਿਆਦਾ ਕੂਲਿੰਗ ਹੋਊਗੀ ਉਨੇ ਆਪਣੇ ਲੋਸਿਸ ਜਿਹੜੇ ਉਹ ਜਿਹੜਾ ਟਰਾਂਸਫਾਰਮਰ ਉਹ ਪ੍ਰੋਪਰ ਵਰਕ ਕਰੂਗਾ। ਲਾਸਟ ਆਪਣਾ ਡਰਾਈ ਟਾਈਪ ਟਰਾਂਸਫਾਰਮਰ। ਜਿਹੜੇ ਆਪਾਂ ਨੂੰ ਮੋਸਟਲੀ ਡਰਾਈ ਟਾਈਪ ਟਰਾਂਸਫਾਰਮਰ ਯੂਜ਼ ਕਰਨੇ ਚਾਹੀਦੇ ਆ, ਬਟ ਇਹ ਜਿਹੜਾ ਮੋਸਟਲੀ ਆਪਾਂ ਜ਼ਿਆਦਾ ਜਗ੍ਹਾ ਨਹੀਂ ਯੂਜ਼ ਕਰ ਸਕਦੇ। A dry type transformer is a type of a transformer which never used any insulating liquid, where its winding or a core are immersed in a liquid. Rather, the winding and a core are kept within a sealed tank that is pressurized with the air. ਇਹਦੇ 'ਚ ਡਰਾਈ ਟਾਈਪ ਟਰਾਂਸਫਾਰਮਰ ਦੇ ਵਿੱਚ ਕੀ ਹੁੰਦਾ ਵਾ, ਇਹਦੇ 'ਚ ਕੋਈ ਲਿਕੁਇਡ ਨਹੀਂ ਹੁੰਦਾ, ਬਲਕਿ ਪ੍ਰੈਸ਼ਰਾਈਜ਼ਡ ਏਅਰ ਦੇ ਨਾਲ ਇਹ ਫਿਲ ਕੀਤਾ ਹੁੰਦਾ। ਇਹ ਆਪਣਾ ਅੱਜ ਦਾ ਲੈਕਚਰ ਸੀ। ਥੈਂਕ ਯੂ ਵੈਰੀ ਮੱਚ।